ਹੈਲੋ ਸਟੂਡੈਂਟ, ਵੈਲਕਮ ਟੂ ਸਟੱਡੀ ਨੋਟਸ। ਅੱਜ ਅਸੀਂ ਪੋਲਿਟੀ ਦੇ ਵਿੱਚ ਸਿਟੀਜ਼ਨਸ਼ਿਪ ਟੌਪਿਕ ਡਿਸਕਸ ਕਰਾਂਗੇ। ਜਿਹੜੇ ਵੀ ਸਟੂਡੈਂਟ ਪੀਐਸ ਟੈਟ, ਮਾਸਟਰ ਕੈਡਰ ਜਾਂ ਜਿਨ੍ਹਾਂ ਦਾ ਸਬਜੈਕਟ ਪੋਲਿਟੀ ਹੈ, ਕੋਈ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹਨ ਤਾਂ ਉਹਨਾਂ ਲਈ ਇਹ ਵੀਡੀਓ ਬਹੁਤ ਹੀ ਜ਼ਿਆਦਾ ਹੈਲਪਫੁਲ ਹੋਣ ਵਾਲੀ ਹੈ। ਸੋ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਟੌਪਿਕ ਨਾਗਰਿਕਤਾ। ਸਭ ਤੋਂ ਪਹਿਲਾਂ ਜਿਹੜੀਆਂ ਸਾਨੂੰ ਦੋ ਬੇਸਿਕ ਗੱਲਾਂ ਪਤਾ ਹੋਣੀਆਂ ਚਾਹੀਦੀਆਂ ਹਨ ਸਿਟੀਜ਼ਨਸ਼ਿਪ ਨੂੰ ਲੈ ਕੇ ਕਿ ਸਿਟੀਜ਼ਨਸ਼ਿਪ ਸਾਡੇ ਸੰਵਿਧਾਨ ਦੇ ਪਾਰਟ 2 ਦੇ ਵਿੱਚ ਮੈਂਸ਼ਨ ਹੈ ਔਰ ਇਸ ਦੇ ਰਿਲੇਟਡ ਆਰਟੀਕਲ ਹੈ 5 to 11। ਹੁਣ ਅਸੀਂ ਕੁਐਸਚਨ ਦੇਖਦੇ ਹਾਂ, ਨਾਗਰਿਕਤਾ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਦੱਸੀ ਗਈ ਹੈ? ਨਾਗਰਿਕਤਾ ਸੰਵਿਧਾਨ ਦੇ ਭਾਗ 2 ਦੇ ਵਿੱਚ ਮੈਂਸ਼ਨ ਹੈ। ਨੈਕਸਟ ਕੁਐਸਚਨ, ਸਿੰਗਲ ਸਿਟੀਜ਼ਨਸ਼ਿਪ ਕਨਸੈਪਟ ਅਸੀਂ ਕਿਹੜੇ ਦੇਸ਼ ਤੋਂ ਲਿਆ ਹੈ? ਸਿੰਗਲ ਸਿਟੀਜ਼ਨਸ਼ਿਪ ਕਨਸੈਪਟ ਅਸੀਂ ਲਿਆ ਹੈ ਬ੍ਰਿਟੇਨ ਯੂਕੇ ਤੋਂ। ਸਾਡੇ ਭਾਰਤ ਦੇਸ਼ ਦੇ ਵਿੱਚ ਸਾਨੂੰ ਅਕੈਰੀ ਨਾਗਰਿਕਤਾ ਦੇਖਣ ਨੂੰ ਮਿਲਦੀ ਹੈ। ਗੱਲ ਕਰੀਏ ਅਮਰੀਕਾ ਦੀ, ਅਮਰੀਕਾ ਦੇ ਵਿੱਚ ਸਾਨੂੰ ਡਿਊਲ ਸਿਟੀਜ਼ਨਸ਼ਿਪ ਦੇਖਣ ਨੂੰ ਮਿਲਦੀ ਹੈ। ਉੱਥੇ ਸਟੇਟਸ ਵੱਲੋਂ ਅਲੱਗ ਸਿਟੀਜ਼ਨਸ਼ਿਪ ਦਿੱਤੀ ਜਾਂਦੀ ਹੈ ਔਰ ਸੈਂਟਰ ਵੱਲੋਂ ਅਲੱਗ ਦਿੱਤੀ ਜਾਂਦੀ ਹੈ। ਇਸ ਲਈ ਸਾਨੂੰ ਉੱਥੇ ਦੋਹਰੀ ਨਾਗਰਿਕਤਾ ਦੇਖਣ ਨੂੰ ਮਿਲਦੀ ਹੈ। ਨੈਕਸਟ ਕੁਐਸਚਨ, ਭਾਰਤ ਦੇ ਸੰਵਿਧਾਨ ਦੇ ਦੁਆਰਾ ਪ੍ਰਦਾਨ ਕੀਤੀ ਗਈ ਨਾਗਰਿਕਤਾ ਹੈ, ਜੋ ਕਿ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ। ਭਾਰਤ ਦੇ ਸੰਵਿਧਾਨ ਦੇ ਦੁਆਰਾ ਪ੍ਰਦਾਨ ਕੀਤੀ ਗਈ ਨਾਗਰਿਕਤਾ ਹੁੰਦੀ ਹੈ ਸਿੰਗਲ ਸਿਟੀਜ਼ਨਸ਼ਿਪ। ਨੈਕਸਟ ਕੁਐਸਚਨ, ਭਾਰਤੀ ਨਾਗਰਿਕਤਾ ਕਿਸ ਦੇ ਦੁਆਰਾ ਪ੍ਰਾਪਤ ਕਰ ਸਕਦੇ ਹਾਂ? ਭਾਰਤੀ ਨਾਗਰਿਕਤਾ ਅਸੀਂ ਕਿਵੇਂ ਹਾਸਲ ਕਰ ਸਕਦੇ ਹਾਂ? ਭਾਰਤੀ ਨਾਗਰਿਕਤਾ ਹਾਸਲ ਕਰਨ ਦੇ 5 ਤਰੀਕੇ ਹਨ। ਇੱਥੇ ਮੈਂ ਇੱਕ ਟ੍ਰਿਕ ਦੱਸੀ ਹੋਈ ਹੈ ਬ੍ਰਾਂਡ ਨਾਮ ਤੋਂ। ਤੁਸੀਂ ਬ੍ਰਾਂਡ ਨਾਮ ਤੋਂ ਯਾਦ ਰੱਖ ਸਕਦੇ ਹੋ। ਬੀ ਤੋਂ ਬਾਈ ਬਰਥ, ਬਾਈ ਰਜਿਸਟ੍ਰੇਸ਼ਨ, ਬਾਈ ਐਕਵਾਇਰਡ ਟੈਰੀਟਰੀ, ਬਾਈ ਨੈਚੁਰਲਾਈਜੇਸ਼ਨ ਐਂਡ ਬਾਈ ਡੀਸੈਂਟ। ਬਾਈ ਬਰਥ, ਜੇਕਰ ਸਾਡਾ ਜਨਮ ਭਾਰਤ ਦੇ ਵਿੱਚ ਹੁੰਦਾ ਹੈ ਤਾਂ ਸਾਨੂੰ ਸਿੱਧੇ ਹੀ ਭਾਰਤ ਦੀ ਜਿਹੜੀ ਨਾਗਰਿਕਤਾ ਉਹ ਹਾਸਲ ਹੋ ਜਾਂਦੀ ਹੈ। ਬਾਈ ਰਜਿਸਟ੍ਰੇਸ਼ਨ ਦੇ ਥਰੂ ਕਿੱਦਾਂ? ਸਪੋਜ਼ ਕਰੋ ਇੱਕ ਲੇਡੀ ਹੈ, ਉਹ ਇੰਡੀਆ ਆਉਂਦੀ ਹੈ ਅਤੇ ਇੰਡੀਆ ਦੇ ਵਿੱਚ ਆ ਕੇ ਸ਼ਾਦੀ ਕਰ ਲੈਂਦੀ ਹੈ। ਜਦੋਂ ਉਹ ਇੰਡੀਆ ਦੇ ਵਿੱਚ ਆ ਕੇ ਸ਼ਾਦੀ ਕਰ ਲੈਂਦੀ ਹੈ ਤਾਂ ਉਹ ਇੱਥੇ ਰਹਿਣ ਲੱਗ ਜਾਂਦੀ ਹੈ ਅਤੇ ਆਪਣੀ ਬਾਹਰ ਦੀ ਜਿਹੜੀ ਹੋਰ ਦੇਸ਼ ਦੀ ਨਾਗਰਿਕਤਾ ਜਿਹੜੀ ਆ ਉਹ ਤਿਆਗ ਦਿੰਦੀ ਹੈ ਅਤੇ ਭਾਰਤ ਦੇ ਵਿੱਚ ਰਹਿੰਦੀ ਹੈ ਅਤੇ ਭਾਰਤ ਦੇ ਵਿੱਚ ਰਹਿ ਕੇ ਉਹ ਆਪਣੀ ਰਜਿਸਟ੍ਰੇਸ਼ਨ ਕਰਵਾ ਲੈਂਦੀ ਹੈ। ਇਸ ਦੇ ਲਈ ਉਹ ਬਾਈ ਰਜਿਸਟ੍ਰੇਸ਼ਨ ਭਾਰਤ ਦੀ ਨਾਗਰਿਕਤਾ ਹਾਸਲ ਕਰ ਸਕਦੀ ਹੈ। ਹੁਣ ਦੇਖਦੇ ਹਾਂ ਬਾਈ ਐਕਵਾਇਰਡ ਟੈਰੀਟਰੀ। ਬਾਈ ਐਕਵਾਇਰਡ ਟੈਰੀਟਰੀ ਦੇ ਥਰੂ ਸਪੋਜ਼ ਕਰੋ ਸਾਡਾ ਇੰਡੀਆ ਦੇਸ਼ ਕਿਸੇ ਹੋਰ ਕੰਟਰੀ ਨੂੰ ਆਪਣੇ ਅਧੀਨ ਕਰਦਾ ਹੈ, ਕਿਸੇ ਹੋਰ ਕੰਟਰੀ ਦੀ ਟੈਰੀਟਰੀ 'ਤੇ ਜਿਹੜਾ ਆਪਣਾ ਅਧਿਕਾਰ ਕਰ ਲੈਂਦਾ ਹੈ ਤਾਂ ਉੱਥੋਂ ਦੇ ਲੋਕ ਵੀ ਭਾਰਤ ਦੇ ਨਾਗਰਿਕ ਕਹਾਉਣਗੇ। ਨੈਚੁਰਲਾਈਜੇਸ਼ਨ, ਬਾਈ ਨੈਚੁਰਲਾਈਜੇਸ਼ਨ ਦੇ ਥਰੂ ਇਹ ਜਿਹੜੀ ਨੈਚੁਰਲਾਈਜੇਸ਼ਨ ਦੇ ਥਰੂ ਜਿਹੜੀ ਨਾਗਰਿਕਤਾ ਹੈ ਇਹ ਸੈਂਟਰ ਦੇ ਵੱਲੋਂ ਸਾਨੂੰ ਪ੍ਰੋਵਾਈਡ ਹੁੰਦੀ ਹੈ। ਸੈਂਟਰ ਦੇ ਵੱਲੋਂ ਸਾਨੂੰ ਸਿਟੀਜ਼ਨਸ਼ਿਪ ਦਿੱਤੀ ਜਾਂਦੀ ਹੈ ਗੁੱਡ ਕਰੈਕਟਰ ਦੇਖ ਕੇ। ਜੇਕਰ ਸਾਡਾ ਗੁੱਡ ਕਰੈਕਟਰ ਹੈ ਤਾਂ ਸਾਨੂੰ ਜਿਹੜੀ ਸੈਂਟਰ ਵੱਲੋਂ ਸਿਟੀਜ਼ਨਸ਼ਿਪ ਦਿੱਤੀ ਜਾਂਦੀ ਹੈ ਬਾਈ ਨੈਚੁਰਲਾਈਜੇਸ਼ਨ ਦੇ ਥਰੂ। ਹੁਣ ਅਸੀਂ ਦੇਖਦੇ ਹਾਂ ਬਾਈ ਡੀਸੈਂਟ। ਬਾਈ ਡੀਸੈਂਟ ਦੇ ਵਿੱਚ ਕਿੱਦਾਂ ਆਉਂਦਾ ਹੈ ਕਿ ਜੇਕਰ ਕੋਈ ਬੱਚਾ ਜਿਸ ਦਾ ਜਨਮ ਭਾਰਤ ਦੇ ਵਿੱਚ ਹੁੰਦਾ ਹੈ, ਉਸਦੇ ਮਾਤਾ ਪਿਤਾ ਦੇ ਵਿੱਚੋਂ ਜੇਕਰ ਕੋਈ ਵੀ ਭਾਰਤ ਦਾ ਨਾਗਰਿਕ ਹੁੰਦਾ ਹੈ ਤਾਂ ਉਸਨੂੰ ਬਾਈ ਡੀਸੈਂਟ ਦੇ ਥਰੂ ਭਾਰਤ ਦੀ ਜਿਹੜੀ ਨਾਗਰਿਕਤਾ ਉਹ ਹਾਸਲ ਹੋ ਜਾਂਦੀ ਹੈ। ਹੁਣ ਅਸੀਂ ਦੇਖਦੇ ਹਾਂ ਨੈਕਸਟ ਕੁਐਸਚਨ, ਨਾਗਰਿਕਤਾ ਦੇ ਨਾਲ ਜਿਹੜਾ ਸੰਬੰਧਿਤ ਐਕਟ ਹੈ ਉਹ ਕਿਹੜਾ ਹੈ? ਜਿਹੜਾ ਕਿ ਮੋਸਟ ਇੰਪੋਰਟੈਂਟ ਐਕਟ ਹੈ ਉਹ ਹੈ ਇੰਡੀਅਨ ਸਿਟੀਜ਼ਨਸ਼ਿਪ ਐਕਟ 1955। ਇਹ ਨਾਗਰਿਕਤਾ ਦੇ ਨਾਲ ਸੰਬੰਧਿਤ ਹੈ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ 5 ਤਰੀਕਿਆਂ ਦੇ ਨਾਲ ਜਿਹੜੀ ਨਾਗਰਿਕਤਾ ਉਹ ਸਾਨੂੰ ਮਿਲ ਸਕਦੀ ਹੈ, ਜੋ ਕਿ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਐਂਡ ਇਸ ਦੇ ਵਿੱਚ ਜਿਹੜੀ ਅਮੈਂਡਮੈਂਟ ਆ ਉਹ ਵੀ ਹੋ ਸਕਦੀ ਹੈ। ਕੁਐਸਚਨ ਨੰਬਰ 6, ਨਾਗਰਿਕਤਾ ਦੇਣ ਦੀ ਅਸਲ ਸ਼ਕਤੀ ਕਿਸ ਦੇ ਕੋਲ ਹੁੰਦੀ ਹੈ? ਨਾਗਰਿਕਤਾ ਦੇਣ ਦੀ ਅਸਲ ਸ਼ਕਤੀ ਪਾਰਲੀਮੈਂਟ ਸੰਸਦ ਦੇ ਕੋਲ ਹੁੰਦੀ ਹੈ। ਨਾਗਰਿਕ ਉਹ ਵਿਅਕਤੀ ਹੈ ਜਿਸ ਨੂੰ ਰਾਜ ਦੇ ਵਿਚਾਰਾਤਮਕ ਅਤੇ ਨਿਆਇਕ ਪ੍ਰਸ਼ਾਸਨ ਦੇ ਵਿੱਚ ਭਾਗ ਲੈਣ ਦਾ ਅਧਿਕਾਰ ਹੁੰਦਾ ਹੈ। ਇਹ ਕਿਸ ਵੱਲੋਂ ਕਿਹਾ ਗਿਆ ਸੀ? ਇਹ ਕਿਹਾ ਗਿਆ ਸੀ ਅਰਸਤੂ ਦੇ ਵੱਲੋਂ। ਰਾਜਨੀਤਿਕ ਅਧਿਕਾਰ ਕਿਹੜੇ ਵਿਅਕਤੀ ਨੂੰ ਪ੍ਰਾਪਤ ਨਹੀਂ ਹੁੰਦੇ? ਰਾਜਨੀਤਿਕ ਅਧਿਕਾਰ ਜਿਹੜੇ ਹੁੰਦੇ ਆ ਉਹ ਵਿਦੇਸ਼ੀਆਂ ਨੂੰ ਪ੍ਰਾਪਤ ਨਹੀਂ ਹੁੰਦੇ। ਵਿਦੇਸ਼ੀਆਂ ਨੂੰ ਸਿਰਫ ਸਮਾਜਿਕ ਅਧਿਕਾਰ ਹੀ ਪ੍ਰਾਪਤ ਹੁੰਦੇ ਹਨ। ਰਾਜਨੀਤਿਕ ਅਧਿਕਾਰ ਕਿਹੜੇ ਹੁੰਦੇ ਹਨ? ਜਿਸ ਦੇ ਵਿੱਚ ਅਸੀਂ ਵੋਟ ਪਾ ਸਕਦੇ ਹਾਂ, ਚੋਣਾਂ ਲੜ ਸਕਦੇ ਹਾਂ, ਸਰਕਾਰੀ ਨੌਕਰੀ ਕਰ ਸਕਦੇ ਹਾਂ। ਇਹ ਸਾਰੇ ਵਿਦੇਸ਼ੀਆਂ ਨੂੰ ਪ੍ਰਾਪਤ ਨਹੀਂ ਹੁੰਦੇ। ਨਾਗਰਿਕ ਕਿੰਨੇ ਤਰ੍ਹਾਂ ਦੇ ਹੁੰਦੇ ਹਨ? ਨਾਗਰਿਕ 2 ਤਰ੍ਹਾਂ ਦੇ ਹੁੰਦੇ ਹਨ, ਜਮਾਂਦਰੂ ਅਤੇ ਰਾਜਕ੍ਰਿਤ। ਜਮਾਂਦਰੂ ਜਿਨ੍ਹਾਂ ਦਾ ਜਨਮ ਭਾਰਤ ਦੇ ਵਿੱਚ ਹੁੰਦਾ ਹੈ। ਨੈਕਸਟ, ਰਾਜਕ੍ਰਿਤ ਨਾਗਰਿਕਤਾ ਪ੍ਰਾਪਤ ਕਰਨ ਦੇ ਲਈ ਕਿਹੜੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ? ਰਾਜਕ੍ਰਿਤ ਨਾਗਰਿਕਤਾ ਪ੍ਰਾਪਤ ਕਰਨ ਦੇ ਲਈ ਸਾਨੂੰ ਕਾਨੂੰਨੀ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ। ਕਾਨੂੰਨੀ ਸ਼ਰਤਾਂ ਕਿਹੜੀਆਂ ਹੁੰਦੀਆਂ ਹਨ? ਜਿਹੜੀਆਂ ਕਿ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ, ਜਿਨ੍ਹਾਂ ਦੀ ਮੈਂ ਤੁਹਾਨੂੰ ਇੱਕ ਟ੍ਰਿਕ ਵੀ ਦੱਸੀ ਸੀ ਬ੍ਰਾਂਡ ਨੇਮ ਤੋਂ। ਕਿਹੜੇ ਦੇਸ਼ ਦੇ ਵਿੱਚ ਸਿਰਫ ਜਮਾਂਦਰੂ ਵਿਅਕਤੀ ਹੀ ਰਾਸ਼ਟਰਪਤੀ ਦੀ ਚੋਣ ਲੜ ਸਕਦੇ ਹਨ? ਉਹ ਕਿਹੜਾ ਦੇਸ਼ ਹੈ ਜਿਸ ਦੇ ਵਿੱਚ ਸਿਰਫ ਜਮਾਂਦਰੂ ਵਿਅਕਤੀ ਹੀ ਜਿਸ ਦਾ ਜਨਮ ਉਸ ਦੇਸ਼ ਦੇ ਵਿੱਚ ਹੁੰਦਾ ਹੈ ਉਹੀ ਰਾਸ਼ਟਰਪਤੀ ਦੀ ਚੋਣ ਲੜ ਸਕਦਾ ਹੈ? ਉਹ ਹੈ ਅਮਰੀਕਾ। ਆਪਣੀ ਸੁਲਝੀ ਹੋਈ ਬੁੱਧੀ ਨੂੰ ਜਨਹਿੱਤਾਂ ਦੇ ਲਈ ਵਰਤਣਾ ਹੀ ਨਾਗਰਿਕਤਾ ਹੈ। ਇਹ ਕਿਸ ਵੱਲੋਂ ਕਿਹਾ ਗਿਆ ਸੀ? ਇਹ ਕਿਹਾ ਗਿਆ ਸੀ ਲਾਸਕੀ ਦੇ ਦੁਆਰਾ। ਭਾਰਤ ਦਾ ਪਹਿਲਾ ਨਾਗਰਿਕ ਕਿਸ ਨੂੰ ਕਿਹਾ ਜਾਂਦਾ ਹੈ? ਭਾਰਤ ਦਾ ਪਹਿਲਾ ਨਾਗਰਿਕ ਰਾਸ਼ਟਰਪਤੀ ਨੂੰ ਕਿਹਾ ਜਾਂਦਾ ਹੈ। ਨੈਕਸਟ ਦੇਖਦੇ ਹਾਂ ਕੁਐਸਚਨ ਨੰਬਰ 14, ਦੋਹਰੀ ਨਾਗਰਿਕਤਾ ਕਿਸ ਦੇਸ਼ ਦੇ ਵਿੱਚ ਅਪਣਾਈ ਗਈ ਹੈ? ਦੋਹਰੀ ਨਾਗਰਿਕਤਾ ਅਮਰੀਕਾ ਅਤੇ ਸਵਿਟਜ਼ਰਲੈਂਡ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੀ ਹੈ। ਨੈਕਸਟ, ਨਾਗਰਿਕਤਾ ਭਾਰਤ ਦੇ ਸੰਵਿਧਾਨ ਦੀ ਕਿਸ ਸੂਚੀ ਦਾ ਵਿਸ਼ਾ ਹੈ?
ਨਾਗਰਿਕਤਾ ਭਾਰਤ ਦੇ ਸੰਵਿਧਾਨ ਦੀ ਸੰਘ ਸੂਚੀ ਦਾ ਵਿਸ਼ਾ ਹੁੰਦਾ ਹੈ, ਯੂਨੀਅਨ ਲਿਸਟ ਦਾ। ਨੈਕਸਟ ਦੇਖਦੇ ਹਾਂ, ਜੇਕਰ ਕੋਈ ਵਿਅਕਤੀ ਵਿਦੇਸ਼ੀ ਨਾਗਰਿਕਤਾ ਪ੍ਰਾਪਤ ਕਰ ਲੈਂਦਾ ਹੈ ਤਾਂ ਉਸਦੀ ਜਿਹੜੀ ਭਾਰਤੀ ਨਾਗਰਿਕਤਾ ਖਤਮ ਹੋ ਜਾਂਦੀ ਹੈ। ਇਹ ਕਿਸ ਆਰਟੀਕਲ ਦੇ ਵਿੱਚ ਕਿਹਾ ਗਿਆ ਹੈ? ਇਹ ਆਰਟੀਕਲ 8 ਦੇ ਵਿੱਚ ਕਿਹਾ ਗਿਆ ਹੈ। ਨੈਕਸਟ ਕੁਐਸਚਨ, ਸੰਸਦ ਨਾਗਰਿਕਤਾ ਸੰਬੰਧੀ ਨਿਯਮ ਬਣਾ ਸਕਦੀ ਹੈ ਅਤੇ ਇਹ ਕਿਸ ਆਰਟੀਕਲ ਦੇ ਵਿੱਚ ਕਿਹਾ ਗਿਆ ਹੈ ਕਿ ਜਿਹੜੀ ਸੰਸਦ ਆ ਉਹ ਭਾਰਤੀ ਨਾਗਰਿਕਤਾ ਦੇ ਸੰਬੰਧੀ ਨਿਯਮ ਬਣਾ ਸਕਦੀ ਹੈ? ਇਹ ਕਿਹਾ ਗਿਆ ਹੈ ਆਰਟੀਕਲ ਨੰਬਰ 11 ਦੇ ਵਿੱਚ। ਭਾਰਤ ਦੀ ਨਾਗਰਿਕਤਾ ਕਿਸ ਪ੍ਰਕਾਰ ਖੋਈ ਜਾ ਸਕਦੀ ਹੈ? ਹੁਣ ਅਸੀਂ ਪਹਿਲਾਂ ਪੜ੍ਹਿਆ ਸੀ ਭਾਰਤ ਦੀ ਨਾਗਰਿਕਤਾ ਹਾਸਲ ਕਰਨ ਦੇ 5 ਤਰੀਕੇ ਹੁੰਦੇ ਹਨ ਅਤੇ ਇਸ ਦੇ ਵਿੱਚ ਦੇਖਦੇ ਹਾਂ ਕਿ ਭਾਰਤ ਦੀ ਨਾਗਰਿਕਤਾ ਖੋਈ ਜਾ ਸਕਦੀ ਹੈ 3 ਤਰੀਕਿਆਂ ਦੇ ਨਾਲ। ਇਹ 3 ਤਰੀਕੇ ਕਿਹੜੇ ਹੁੰਦੇ ਹਨ? ਬਾਈ ਰਿਨੈਂਸੀਏਸ਼ਨ, ਬਾਈ ਟਰਮੀਨੇਸ਼ਨ ਐਂਡ ਬਾਈ ਡੈਪਰੀਵੇਸ਼ਨ। ਬਾਈ ਰਿਨੈਂਸੀਏਸ਼ਨ ਦੇ ਵਿੱਚ ਕੀ ਹੁੰਦਾ ਹੈ ਕਿ ਅਸੀਂ ਆਪਣੀ ਮਰਜ਼ੀ ਦੇ ਨਾਲ ਹੀ ਭਾਰਤ ਦੀ ਜਿਹੜੀ ਨਾਗਰਿਕਤਾ ਹੈ ਉਹ ਛੱਡ ਸਕਦੇ ਹਾਂ। ਬਾਈ ਟਰਮੀਨੇਸ਼ਨ, ਇਸ ਦੇ ਵਿੱਚ ਕੀ ਹੁੰਦਾ ਹੈ ਕਿ ਬਰਖਾਸਤੀ ਦੁਆਰਾ ਜੇਕਰ ਅਸੀਂ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਹਾਸਲ ਕਰਦੇ ਹਾਂ ਤਾਂ ਸਾਡੀ ਸਿੱਧੇ ਹੀ ਭਾਰਤ 'ਚ ਜਿਹੜੀ ਨਾਗਰਿਕਤਾ ਆ ਉਹ ਚਲੀ ਜਾਂਦੀ ਹੈ ਬਾਈ ਲਾਅ ਦੇ ਥਰੂ। ਨੈਕਸਟ ਦੇਖਦੇ ਹਾਂ ਬਾਈ ਡੈਪਰੀਵੇਸ਼ਨ। ਇਸ ਦੇ ਵਿੱਚ ਕੀ ਹੁੰਦਾ ਹੈ ਕਿ ਜੇਕਰ ਅਸੀਂ ਕਿਸੇ ਗਲਤ ਫਰੋਡ ਵੇ ਦੇ ਨਾਲ ਜਿਹੜੀ ਸਿਟੀਜ਼ਨਸ਼ਿਪ ਹਾਸਲ ਕਰ ਲੈਂਦੇ ਹਾਂ ਅਤੇ ਸੰਵਿਧਾਨ ਦੇ ਪ੍ਰਤੀ ਇਮਾਨਦਾਰ ਨਹੀਂ ਹੁੰਦੇ ਤਾਂ ਜਿਹੜੀ ਸਾਡੀ ਨਾਗਰਿਕਤਾ ਉਹ ਚਲੀ ਜਾਂਦੀ ਹੈ। ਨੈਕਸਟ, NRI ਦੀ ਫੁੱਲ ਫਾਰਮ ਕੀ ਹੁੰਦੀ ਹੈ? NRI ਦੀ ਫੁੱਲ ਫਾਰਮ ਹੈ ਨਾਨ ਰੈਜ਼ੀਡੈਂਟ ਇੰਡੀਆ, ਜਿਸ ਨੂੰ ਲਾਗੂ ਕੀਤਾ ਸੀ 9 ਜਨਵਰੀ 2006 ਦੇ ਵਿੱਚ। OCI ਕਾਰਡ ਦੀ ਨਾਗਰਿਕਤਾ ਸੰਬੰਧੀ ਫੁੱਲ ਫਾਰਮ ਹੈ ਓਵਰਸੀਜ਼ ਸਿਟੀਜ਼ਨ ਆਫ ਇੰਡੀਆ, ਜਿਹੜਾ ਕਿ ਐਕਟ ਸੀਗਾ ਇੱਕ 2005 ਦੇ ਥਰੂ ਇਸ ਨੂੰ ਇੰਡੀਆ ਦੇ ਵਿੱਚ ਲਾਗੂ ਕੀਤਾ ਗਿਆ ਸੀ। OCI ਕਾਰਡ ਕੀ ਹੁੰਦਾ ਹੈ? ਇਸ ਦੇ ਵਿੱਚ ਹੁੰਦਾ ਹੈ ਕਿ ਜਿਸ ਦਾ ਜਨਮ ਤਾਂ ਭਾਰਤ ਦੇ ਵਿੱਚ ਹੁੰਦਾ ਹੈ, ਉਹ ਇੰਡੀਅਨ ਓਰੀਜਨ ਹੁੰਦੇ ਹਨ ਬਟ ਉਹ ਆਊਟ ਆਫ ਇੰਡੀਆ ਰਹਿੰਦੇ ਹਨ, ਇੰਡੀਆ ਨਹੀਂ ਰਹਿੰਦੇ। ਉਹਨਾਂ ਨੂੰ ਇੰਡੀਆ ਆਉਣ ਦੇ ਲਈ ਵੀਜ਼ੇ ਦੀ ਲੋੜ ਪੈਂਦੀ ਹੈ, ਬਾਰ-ਬਾਰ ਉਹਨਾਂ ਨੂੰ ਵੀਜ਼ਾ ਲੈਣਾ ਪੈਂਦਾ ਹੈ। ਇਸ ਜਿਹੜੀ ਪ੍ਰੋਬਲਮ ਨੂੰ ਦੂਰ ਕਰਨ ਦੇ ਲਈ OCI ਕਾਰਡ ਸੀ ਜਿਹੜਾ ਇਹ ਲਾਂਚ ਕੀਤਾ ਗਿਆ ਸੀ। ਇਸ ਦੇ ਵਿੱਚ ਕੀ ਹੁੰਦਾ ਸੀ ਕਿ ਉਹਨਾਂ ਨੂੰ ਬਾਰ-ਬਾਰ ਵੀਜ਼ਾ ਲੈਣ ਦੀ ਲੋੜ ਨਹੀਂ ਪੈਂਦੀ ਸੀ। ਉਹ OCI ਕਾਰਡ ਦੇ ਥਰੂ ਇੰਡੀਆ ਦੇ ਵਿੱਚ ਲੰਬੇ ਸਮੇਂ ਤੱਕ ਉਹ ਇੰਡੀਆ ਦੇ ਵਿੱਚ ਰਹਿ ਸਕਦੇ ਹਨ, ਬਿਜ਼ਨਸ ਕਰ ਸਕਦੇ ਹਨ, ਪ੍ਰੋਪਰਟੀ ਖਰੀਦ ਸਕਦੇ ਹਨ, ਵੇਚ ਸਕਦੇ ਹਨ। ਬਟ ਉਹਨਾਂ ਨੂੰ ਕੁਝ ਅਧਿਕਾਰ ਜਿਹੜੇ ਆ ਉਹ ਨਹੀਂ ਦਿੱਤੇ ਜਾਂਦੇ। ਉਹ ਕਿਹੜੇ ਅਧਿਕਾਰ ਜਿਹੜੇ ਕਿ ਉਹਨਾਂ ਨੂੰ ਨਹੀਂ ਦਿੱਤੇ ਜਾਂਦੇ ਆ? ਸਪੋਜ਼ ਉਹ ਕੋਈ ਵੀ ਇਲੈਕਸ਼ਨ ਨਹੀਂ ਲੜ ਸਕਦੇ, ਕੋਈ ਵੀ ਗਵਰਨਮੈਂਟ ਜੋਬ ਨਹੀਂ ਕਰ ਸਕਦੇ, ਐਗਰੀਕਲਚਰ ਦੇ ਲਈ ਉਹ ਕੋਈ ਵੀ ਲੈਂਡ ਨਹੀਂ ਖਰੀਦ ਸਕਦੇ। ਇਹ ਸੀ OCI ਕਾਰਡ। ਨੈਕਸਟ ਕੁਐਸਚਨ, ਇੰਡੀਅਨ ਸਿਟੀਜ਼ਨਸ਼ਿਪ ਐਕਟ 1955 ਦੇ ਵਿੱਚ ਹੁਣ ਤੱਕ ਕਿੰਨੀ ਵਾਰ ਸੋਧ ਹੋ ਚੁੱਕੀ ਹੈ? ਇੰਡੀਅਨ ਸਿਟੀਜ਼ਨਸ਼ਿਪ ਐਕਟ 1955 ਦੇ ਵਿੱਚ ਹੁਣ ਤੱਕ 6 ਵਾਰ ਜਿਹੜੀ ਆ ਉਹ ਸੋਧ ਹੋ ਚੁੱਕੀ ਆ। ਇਹ 6 ਵਾਰ ਕਦੋਂ ਸੋਧ ਹੋ ਚੁੱਕੀ ਹੈ? 1986 ਦੇ ਵਿੱਚ, 1992 ਦੇ ਵਿੱਚ, 2003, 2005, 2015 ਐਂਡ 2019। ਨੰਬਰ 22, ਵਿਦੇਸ਼ੀ ਨਾਗਰਿਕਾਂ ਨੂੰ ਕਿਸ ਆਰਟੀਕਲ ਦੇ ਤਹਿਤ ਭਾਰਤੀ ਸੰਵਿਧਾਨ ਨੇ ਮੌਲਿਕ ਅਧਿਕਾਰ ਪ੍ਰਦਾਨ ਕੀਤਾ ਹੈ? ਉਹ ਕਿਹੜਾ ਆਰਟੀਕਲ ਹੈ? ਆਰਟੀਕਲ 14। ਆਰਟੀਕਲ 14 ਕਿਸ ਦੀ ਗੱਲ ਕਰਦਾ ਹੈ? ਕਾਨੂੰਨ ਦੇ ਸਾਹਮਣੇ ਸਮਾਨਤਾ ਦੀ ਗੱਲ ਕਰਦਾ ਹੈ। ਚਾਹੇ ਕੋਈ ਵਿਦੇਸ਼ੀ ਨਾਗਰਿਕ ਹੋਵੇ, ਚਾਹੇ ਕੋਈ ਭਾਰਤੀ ਨਾਗਰਿਕ ਹੋਵੇ, ਕਾਨੂੰਨ ਦੇ ਸਾਹਮਣੇ ਸਭ ਨੂੰ ਸਮਾਨ ਸਮਝਿਆ ਜਾਵੇਗਾ। ਨਾਗਰਿਕ ਕਿਸੇ ਰਾਜ ਦੇ ਉਹ ਮੈਂਬਰ ਹੁੰਦੇ ਹਨ ਜੋ ਆਪਣੇ ਕੁਝ ਕਰਤੱਵਾਂ ਦੇ ਦੁਆਰਾ ਰਾਜ ਦੇ ਨਾਲ ਜੁੜੇ ਹੁੰਦੇ ਹਨ ਅਤੇ ਉਹ ਉਸ ਰਾਜ ਦੀ ਸ਼ਕਤੀ ਦੇ ਅਧੀਨ ਹੁੰਦੇ ਹਨ। ਇਸ ਤੋਂ ਪ੍ਰਾਪਤ ਹੋਣ ਵਾਲੇ ਲਾਭਾਂ ਤੋਂ ਵੀ ਪੂਰੀ ਤਰ੍ਹਾਂ ਭਾਈਵਾਲ ਹੁੰਦੇ ਹਨ। ਇਹ ਕਿਸ ਵੱਲੋਂ ਕਿਹਾ ਗਿਆ ਸੀ? ਇਹ ਵੇਟਲ ਦੇ ਦੁਆਰਾ ਕਿਹਾ ਗਿਆ ਸੀ। ਭਾਰਤ ਵਿੱਚ ਹਰੇਕ ਉਹ ਵਿਅਕਤੀ ਭਾਰਤੀ ਜਨਮਜਾਤ ਨਾਗਰਿਕ ਮੰਨਿਆ ਜਾਵੇਗਾ ਜਿਸ ਦਾ ਜਨਮ 26 ਜਨਵਰੀ 1950 ਤੋਂ ਬਾਅਦ ਹੋਇਆ ਹੋਵੇਗਾ, ਉਹ ਭਾਰਤੀ ਜਨਮਜਾਤ ਨਾਗਰਿਕ ਮੰਨਿਆ ਜਾਵੇਗਾ। ਕਿਸ ਆਰਟੀਕਲ ਦੇ ਅਨੁਸਾਰ 1 ਮਾਰਚ 1947 ਤੋਂ ਬਾਅਦ ਭਾਰਤ ਤੋਂ ਜਿਹੜੇ ਲੋਕ ਪਾਕਿਸਤਾਨ ਚਲੇ ਗਏ ਉਹ ਹੁਣ ਭਾਰਤ ਦੇ ਨਾਗਰਿਕ ਨਹੀਂ ਰਹੇ? ਇਹ ਕਿਸ ਦੇ ਵਿੱਚ ਕਿਹਾ ਗਿਆ ਹੈ? ਇਹ ਕਿਹਾ ਗਿਆ ਹੈ ਆਰਟੀਕਲ ਨੰਬਰ 7 ਦੇ ਵਿੱਚ। ਉਹ ਅਧਿਕਾਰ ਜੋ ਸਿਰਫ ਭਾਰਤੀ ਨਾਗਰਿਕਾਂ ਨੂੰ ਹੀ ਦਿੱਤੇ ਜਾਂਦੇ ਹਨ, ਉਹ ਕਿਹੜੇ ਅਧਿਕਾਰ ਹਨ? ਉਹ ਹਨ ਆਰਟੀਕਲ ਨੰਬਰ 19, 15 ਔਰ 16। ਨੈਕਸਟ ਕੁਐਸਚਨ, ਨਾਗਰਿਕਤਾ ਸੋਧ ਅਧਿਨਿਯਮ 2005 ਦੇ ਅਨੁਸਾਰ ਜਿਹੜੇ ਦੋ ਦੇਸ਼ਾਂ ਦੇ ਨਾਗਰਿਕਾਂ ਨੂੰ ਛੱਡ ਕੇ ਸਾਰੇ ਦੇਸ਼ਾਂ ਨੇ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਦੋਹਰੀ ਨਾਗਰਿਕਤਾ ਪ੍ਰਦਾਨ ਕੀਤੀ ਗਈ ਹੈ, ਉਹ ਕਿਹੜੇ ਦੋ ਦੇਸ਼ ਹਨ ਜਿਨ੍ਹਾਂ ਨੂੰ ਛੱਡ ਕੇ ਦੋਹਰੀ ਨਾਗਰਿਕਤਾ ਪ੍ਰਦਾਨ ਕੀਤੀ ਗਈ ਹੈ? ਉਹ ਹੈ ਪਾਕਿਸਤਾਨ ਅਤੇ ਬੰਗਲਾਦੇਸ਼। ਨੈਕਸਟ ਕੁਐਸਚਨ, ਕਿਹੜਾ ਅਨੁਛੇਦ ਨਾਗਰਿਕਤਾ ਬਿੱਲ ਵਿੱਚ ਸੋਧ ਦਾ ਅਧਿਕਾਰ ਸੰਸਦ ਨੂੰ ਦਿੰਦਾ ਹੈ? ਆਰਟੀਕਲ ਨੰਬਰ 8। ਕੋਈ ਵੀ ਵਿਅਕਤੀ ਭਾਰਤ ਦਾ ਨਾਗਰਿਕ ਨਹੀਂ ਹੋਵੇਗਾ। ਕੋਈ ਵੀ ਵਿਅਕਤੀ ਭਾਰਤ ਦਾ ਨਾਗਰਿਕ ਨਹੀਂ ਹੋਵੇਗਾ। ਕਦੋਂ ਨਹੀਂ ਹੋਵੇਗਾ? ਜੇਕਰ ਉਸਨੇ ਆਪਣੀ ਇੱਛਾ ਦੇ ਨਾਲ ਦੂਸਰੇ ਦੇਸ਼ ਦੀ ਜਿਹੜੀ ਨਾਗਰਿਕਤਾ ਹਾਸਲ ਕਰ ਲਈ ਹੈ। PIO ਦੀ ਫੁੱਲ ਫਾਰਮ ਕੀ ਹੁੰਦੀ ਹੈ? ਪਰਸਨ ਆਫ ਇੰਡੀਅਨ ਓਰੀਜਨ। ਪਰਸਨ ਆਫ ਇੰਡੀਅਨ ਓਰੀਜਨ ਜਿਹੜੇ ਹੁੰਦੇ ਹਨ ਉਹਨਾਂ ਨੂੰ OCI ਕਾਰਡ ਉਪਲਬਧ ਹੁੰਦਾ ਹੈ। ਇਹ ਸੀ ਸਾਡੇ ਮੋਸਟ ਇੰਪੋਰਟੈਂਟ 30 ਕੁਐਸਚਨ ਆਨਸਰ ਜਿਹੜੇ ਕਿ ਨਾਗਰਿਕਤਾ ਦੇ ਨਾਲ ਸੰਬੰਧਿਤ ਸਨ। ਇਸ ਤੋਂ ਨੀਚੇ ਗੱਲ ਕਰੀਏ ਆਰਟੀਕਲ ਦੀ। ਆਰਟੀਕਲ ਜਿਹੜੇ ਕਿ ਸਾਡੇ ਨਾਗਰਿਕਤਾ ਦੇ ਨਾਲ ਸੰਬੰਧਿਤ ਆਰਟੀਕਲ 5 to 11 ਹੁੰਦੇ ਹਨ, ਇਹ ਸਾਰੇ ਵੀ ਮੈਂਸ਼ਨ ਕੀਤੇ ਹੋਏ ਹਨ। ਆਰਟੀਕਲ ਨੰਬਰ 5 ਜਿਹੜਾ ਹੈ ਉਹ ਡੋਮਿਸਾਈਲ ਸਿਟੀਜ਼ਨਸ਼ਿਪ ਦੀ ਗੱਲ ਕਰਦਾ ਹੈ।
ਗੱਲ ਕਰੀਏ ਆਰਟੀਕਲ ਨੰਬਰ 6 ਦੀ। ਆਰਟੀਕਲ ਨੰਬਰ 6 ਕੀ ਕਹਿੰਦਾ ਹੈ, ਰਾਈਟਸ ਆਫ ਸਿਟੀਜ਼ਨਸ਼ਿਪ ਆਫ ਸਰਟਨ ਪਰਸਨ ਹੂ ਗਿਵ ਮਾਈਗ੍ਰੇਟ ਫਰੋਮ ਪਾਕਿਸਤਾਨ, ਜਿਹੜੇ ਕਿ ਪਾਕਿਸਤਾਨ ਤੋਂ ਮਾਈਗ੍ਰੇਟ ਹੋ ਕੇ ਇੰਡੀਆ ਦੇ ਵਿੱਚ ਆਏ ਸੀ। ਆਰਟੀਕਲ ਨੰਬਰ 7 ਕੀ ਕਹਿੰਦਾ ਹੈ, ਆਰਟੀਕਲ ਨੰਬਰ 7 ਰਾਈਟ ਆਫ ਸਿਟੀਜ਼ਨਸ਼ਿਪ ਆਫ ਸਰਟਨ ਮਾਈਗ੍ਰੇਟਸ ਟੂ ਪਾਕਿਸਤਾਨ। ਆਰਟੀਕਲ ਨੰਬਰ 7 ਕਹਿੰਦਾ ਹੈ ਕਿ ਆਫਟਰ ਇੰਡੀਪੈਂਡੈਂਸ 1 ਮਾਰਚ 1947 ਤੋਂ ਬਾਅਦ ਜੇਕਰ ਕੋਈ ਵਿਅਕਤੀ ਜੇਕਰ ਉਹ ਇੰਡੀਆ ਰਹਿੰਦਾ ਹੈ ਤਾਂ ਉਹ ਪਾਕਿਸਤਾਨ ਮਾਈਗ੍ਰੇਟ ਹੋ ਜਾਂਦਾ ਹੈ, ਫਿਰ ਦੁਬਾਰਾ ਉਹ ਪਾਕਿਸਤਾਨ ਤੋਂ ਇੰਡੀਆ ਆਉਣਾ ਚਾਹੁੰਦਾ ਹੈ ਤਾਂ ਉਸਦੇ ਰਿਲੇਟਡ ਜਿੰਨੇ ਵੀ ਰਾਈਟਸ ਐਂਡ ਕੰਡੀਸ਼ਨ ਹਨ ਉਹ ਆਰਟੀਕਲ ਨੰਬਰ 7 ਦੇ ਵਿੱਚ ਮੈਂਸ਼ਨ ਹਨ। ਆਰਟੀਕਲ ਨੰਬਰ 8 ਕੀ ਕਹਿੰਦਾ ਹੈ, ਆਰਟੀਕਲ ਨੰਬਰ 8 ਦੇ ਵਿੱਚ ਜੇਕਰ ਕਿਸੇ ਦੇ ਪੈਰੈਂਟਸ ਗ੍ਰੈਂਡ ਪੇਰੈਂਟਸ ਜਿਨ੍ਹਾਂ ਦਾ ਬੋਰਨ ਇੰਡੀਆ ਦੇ ਵਿੱਚ ਹੁੰਦਾ ਹੈ ਤਾਂ ਉਹ ਇੰਡੀਆ ਦੇ ਵਿੱਚ ਰਹਿ ਕੇ ਰਜਿਸਟ੍ਰੇਸ਼ਨ ਕਰਵਾ ਕੇ ਆਪਣੇ ਇੰਡੀਆ ਦੀ ਜਿਹੜੀ ਸਿਟੀਜ਼ਨਸ਼ਿਪ ਹਾਸਲ ਕਰ ਸਕਦੇ ਹਨ। ਆਰਟੀਕਲ ਨੰਬਰ 9 ਕੀ ਕਹਿੰਦਾ ਹੈ, ਆਰਟੀਕਲ ਨੰਬਰ 9 ਦੇ ਵਿੱਚ ਜੇਕਰ ਕੋਈ ਵਿਅਕਤੀ ਕਿਸੇ ਦੂਸਰੇ ਦੇਸ਼ ਦੀ ਨਾਗਰਿਕਤਾ ਹਾਸਲ ਕਰ ਲੈਂਦਾ ਹੈ, ਜੇਕਰ ਉਹ ਕੋਈ ਵਿਅਕਤੀ ਕਿਸੇ ਦੂਸਰੇ ਦੇਸ਼ ਦੀ ਨਾਗਰਿਕਤਾ ਹਾਸਲ ਕਰ ਲੈਂਦਾ ਹੈ ਤਾਂ ਉਹ ਸਿੱਧੇ ਹੀ ਭਾਰਤ ਦੀ ਜਿਹੜੀ ਨਾਗਰਿਕਤਾ ਹੈ ਉਹ ਤਿਆਗ ਦਿੰਦਾ ਹੈ। ਆਰਟੀਕਲ ਨੰਬਰ 9 ਦੇ ਵਿੱਚ ਇਹ ਮੈਂਸ਼ਨ ਹੈ। ਨੈਕਸਟ ਹੈ ਆਰਟੀਕਲ ਨੰਬਰ 10 ਔਰ ਆਰਟੀਕਲ ਨੰਬਰ 11। ਆਰਟੀਕਲ ਨੰਬਰ 10 ਔਰ 11 ਦੇ ਵਿੱਚ ਜਿਹੜੀ ਪਾਵਰ ਆ ਸਿਟੀਜ਼ਨਸ਼ਿਪ ਨੂੰ ਲੈ ਕੇ, ਜਿਹੜੀ ਪਾਵਰ ਆ ਉਹ ਕਿਸ ਦੇ ਕੋਲ ਹੈ, ਪਾਰਲੀਮੈਂਟ ਦੇ ਕੋਲ ਹੈ। ਪਾਰਲੀਮੈਂਟ ਸਿਟੀਜ਼ਨਸ਼ਿਪ ਨੂੰ ਲੈ ਕੇ ਕੋਈ ਵੀ ਕਾਨੂੰਨ ਪਾਸ ਕਰ ਸਕਦੀ ਹੈ, ਕੋਈ ਵੀ ਨਿਯਮ ਬਣਾ ਸਕਦੀ ਹੈ, ਕੋਈ ਵੀ ਸੋਧ ਕਰ ਸਕਦੀ ਹੈ। ਇਹ ਕਿਸ ਦੇ ਵਿੱਚ ਮੈਂਸ਼ਨ ਹੈ, ਆਰਟੀਕਲ ਨੰਬਰ 11 ਦੇ ਵਿੱਚ ਮੈਂਸ਼ਨ ਹੈ। ਸੋ ਇਹ ਸੀ ਸਾਡੇ ਮੋਸਟ ਇੰਪੋਰਟੈਂਟ ਕੁਐਸਚਨ ਐਂਡ ਆਰਟੀਕਲ। ਜੇਕਰ ਵੀਡੀਓ ਤੁਹਾਨੂੰ ਹੈਲਪਫੁਲ ਲੱਗੇ ਤਾਂ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਇਸੇ ਤਰ੍ਹਾਂ ਹੋਰ ਐਜੂਕੇਸ਼ਨਲ ਵੀਡੀਓਜ਼ ਦੇਖਣ ਦੇ ਲਈ ਚੈਨਲ ਦੇ ਨਾਲ ਬਣੇ ਰਹੋ।